2011 में आपके मदर की डेथ हुई थी। हाँ जी। उसके बाद उस चीज का आपके दिमाग के ऊपर काफी असर पड़ा, हाँ जी जिसकी ब्रदर। वजह से आप डिप्रेशन में चले गए थे। हाँ जी ब्रदर जी। आपने अभी खुल के बताना है अपनी गवाही के बारे में कि जब आप डिप्रेशन में चले गए तो कैसी हालत थी, क्या क्या चीजें आपकी जिंदगी में एंटर हुई, क्या प्रभाव आपके और आपके परिवार के ऊपर पड़ा, बताएं आप। ਬ੍ਰਦਰ ਜੀ ਜਦੋਂ ਮੈਂ 2011 ਦੇ ਵਿੱਚ ਆਪਣੀ +2 ਕੰਪਲੀਟ ਕਰੀ ਸੀ ਤੇ ਮੈਂ ਸ਼ੇਰੇ ਪੰਜਾਬ ਅਕੈਡਮੀ ਦੇ ਵਿੱਚ ਟ੍ਰਾਇਲ ਦਿੱਤੇ ਸੀ ਕਬੱਡੀ ਦੇ, ਕਿਉਂਕਿ ਮੈਂ ਗੇਮ ਕਰਦਾ ਸੀ 2009 ਤੋਂ ਤੇ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਮੈਂ 2 ਸਾਲ ਦੇ ਵਿੱਚ ਤੇ ਵਧੀਆ ਮੇਰਾ ਲੈਵਲ ਬਣ ਗਿਆ ਸੀ ਇੱਕ। ਮਗਰ ਕਿਸੇ ਨੂੰ ਵੀ ਇਸ ਗੱਲ ਦਾ ਨਹੀਂ ਪਤਾ ਵੀ ਮੈਂ ਗੇਮ ਛੱਡੀ ਕਿਉਂ ਸੀ। ਸਾਰੇ ਇਹੋ ਗੱਲ ਪੁੱਛਦੇ ਵੀ ਸੀ ਸ਼ਾਇਦ ਇਹਦਾ ਮਨ ਚੁੱਕਿਆ ਗਿਆ ਜਾਂ ਇਹਦਾ ਦਿਲ ਨਹੀਂ ਕਰਦਾ। ਮਗਰ ਬ੍ਰਦਰ ਜੀ ਮੇਰੀ ਲਾਈਫ ਦੇ ਵਿੱਚ ਕੁਝ ਚੀਜ਼ਾਂ ਹੀ ਇਦਾਂ ਦੀਆਂ ਹੋ ਗਈਆਂ ਸੀ ਵੀ ਗੇਮ ਤੋਂ ਮੈਨੂੰ ਪੈਰ ਜਿਹੜਾ ਪਿੱਛੇ ਪੁੱਟਣਾ ਪਿਆ। ਵੀ ਮੇਰੀ ਮਦਰ ਦੀ ਡੈਥ ਹੋਣ ਤੋਂ ਬਾਅਦ 6 ਮੰਥ ਬਾਅਦ ਮੇਰੇ ਡੈਡ ਆਏ ਸੀ ਫੋਰਨ ਤੋਂ, ਜਦੋਂ ਇੰਡੀਆ ਆਏ ਤੇ ਮੇਰੇ ਜਿਹੜੇ ਮਾਸੀ ਜੀ ਆ ਉਹ ਮੇਰੇ ਚਾਚਾ ਜੀ ਦੀ ਪਹਿਲਾਂ ਡੈਥ ਹੋ ਗਈ, ਮੇਰੇ ਮਾਸੀ ਵੀ ਆ ਉਹ ਤੇ ਮੇਰੇ ਚਾਚੀ जी भी। मतलब उस आपकी मदर की डेथ के बाद ही आपके दिमाग के ऊपर इन चीजों का असर पड़ा। हाँ जी। और आपने लिखा कि इन्हीं चीजों की टेंशन में आप हमेशा रहते थे और आपका जीवन नशों की तरफ जा चुका था। हाँ जी। हाँ जी। कैसे शुरुआत हुई नशों की फिर? ਨਸ਼ਿਆਂ ਦੀ ਸ਼ੁਰੂਆਤ ਬ੍ਰਦਰ ਜੀ ਇਦਾਂ ਹੋਈ ਵੀ ਜਦੋਂ ਮੈਂ ਗੇਮ ਛੱਡਤੀ, ਟੋਟਲ ਬਾਹਰ ਆ ਗਿਆ ਗੇਮ ਤੋਂ, ਫਿਰ ਮੇਰਾ ਫਰੈਂਡ ਸਰਕਲ, ਮੇਰਾ ਘਰੇ ਮਨ ਨਹੀਂ ਲੱਗਦਾ ਹੁੰਦਾ ਤੇ ਯਾਰੀ ਦੋਸਤੀ ਮੇਰੀ ਪਹਿਲਾਂ ਦੀ ਹੈਗੀ ਸੀ, ਮਗਰ ਪੋਲੀਟੀਕਲ ਲੈਵਲ ਤੇ ਵੀ ਸੀ ਤੇ ਜਿਹੜਾ ਮੇਰਾ ਫਰੈਂਡ ਸਰਕਲ ਸੀ ਥੋੜਾ ਗੇਮ ਵਾਲਾ ਸੀ ਵੀ ਜਿੱਦਾਂ ਜਿੱਦਾਂ ਦਾ ਵੱਧਦਾ ਗਿਆ ਸਿਸਟਮ ਤੇ ਉਦਾਂ ਮੈਨੂੰ ਜਿਹੜੇ दारू ਪੀਣੀ ਜਾਂ ਨਸ਼ੇ ਦੀ ਡੋਜ਼ ਮੇਰੀ ਲਾਈਫ ਦੇ ਵਿੱਚ ਵੱਧਦੀ ਰਹੀ। कौन कौन सा नशा करते थे आप? ਕਿਉਂਕਿ ਬ੍ਰਦਰ ਜੀ ਜਿਹੜੀ दारू ਤੇ ਮੇਰੀ ਡੇਲੀ ਹੁੰਦੀ ਸੀ, ਜਦੋਂ ਮੈਂ ਮਾਰਨਿੰਗ 'ਚ ਉੱਠਣਾ ਉਦੋਂ ਮੈਂ ਫੀਮ ਖਾਣੀ ਵੀ, ਯਾਨੀ ਕਿ ਮੈਂ 10-11 ਵਜੇ ਸੁੱਤਾ ਉੱਠਦਾ ਹੁੰਦਾ ਸੀ, ਉੱਠ ਕੇ ਬਸ ਫੀਮ ਖਾਣੀ, ਦੁੱਧ ਪੀਤਾ ਤੇ ਬਸ ਘਰੋਂ ਨਿਕਲ ਆਉਣਾ, ਮੁੜ ਕੇ ਘਰ ਦਾ ਕੋਈ ਚਿੱਤ ਚੇਤਾ ਨਹੀਂ, ਕਿਉਂਕਿ ਕਰਿਆਨੇ ਦੀ ਸ਼ੌਪ ਸਾਡੀ ਹੁੰਦੀ ਸੀ, ਛੋਟਾ ਬ੍ਰਦਰ ਉੱਥੇ ਬਹਿੰਦਾ ਸੀ ਤੇ ਜਦੋਂ ਕਿਤੇ ਮੈਨੂੰ ਪੈਸਿਆਂ ਦੀ ਲੋੜ ਪੈਣੀ ਜਾਂ ਮੈਂ ਸ਼ੌਪ ਤੋਂ ਲੈਣੇ ਤੇ ਜਾਂ ਮੈਂ ਯਾਰਾਂ ਦੋਸਤਾਂ ਦੇ ਵਿੱਚ ਸਰਕਲ ਹੀ ਇਦਾਂ ਦਾ ਸੀ ਵੀ ਡੇਲੀ ਸਾਡਾ 3-4 ਹਜ਼ਾਰ ਦੀ 5,000 ਦੀ दारू ਤੇ ਜੋ ਚਿਕਨ ਵਗੈਰਾ ਜੋ ਅਸੀਂ ਖਾਂਦੇ ਸੀ ਵੀ ਇੱਕ ਲੈਂਡ ਲੋਨ ਵਾਲੀ ਜ਼ਿੰਦਗੀ ਕੱਢੀ ਦੀ ਵੀ ਮਾੜਾ ਨਹੀਂ ਅਸੀਂ ਖਾਣਾ ਨਾ ਮਾੜਾ ਪਾਉਣਾ। कितनी कितनी शराब की बोतलें एक दिहाड़ी में पी जाते थे? ਬ੍ਰਦਰ ਜੀ ਜਦੋਂ ਅਸੀਂ 3-4 ਜਣੇ ਯਾਰ ਦੋਸਤ ਬਹਿੰਦੇ ਸੀ, ਕਈ ਮੇਰੇ ਫਰੈਂਡ ਸਰਕਲ ਪੰਜਾਬ ਪੁਲਿਸ 'ਚ ਵੀ ਆ, ਕਈ ਮੇਰੇ ਫਰੈਂਡ ਸਰਕਲ ਜਿਹੜੇ ਪੋਲੀਟੀਕਲ ਲਾਈਨ ਦੇ ਵਿੱਚ ਚੰਗੇ ਉਹ ਰੈਂਕਾਂ ਦੇ ਉੱਤੇ, ਯਾਨੀ ਕਿ ਕੋਈ ਚੇਅਰਮੈਨ ਹੋ ਗਿਆ ਜਾਂ ਕੋਈ ਬਲਾਕ ਦਾ ਕੋਈ ਵੀ ਪ੍ਰਧਾਨ, ਤੇ ਆਪਾਂ ਉਹ ਸਰਕਲ 'ਚ ਬਹਿੰਦੇ ਹੁੰਦੇ ਸੀ ਤੇ ਡੇਲੀ ਆਪਾਂ 3 ਤੋਂ 4 ਬੋਤਲਾਂ ਪੀ ਜਾਂਦੇ ਸੀ, ਜਿਹੜੇ 3-4 ਜਣੇ ਆਪਾਂ ਬਹਿੰਦੇ ਸੀ। और नशा हमेशा आपके पास रहता था? हाँ जी, मेडिकल हाँ जी। मेडिकल नशा भी आपने किया था? मेडिकल नशा भी। शराब की पेटियां आपके पास आपके घर में हमेशा रहती थी? हाँ जी। हाँ जी। और इसके कारण आप लड़ाई झगड़ों में ऐसे और भी कामों में पड़ गए थे? हाँ जी। हाँ जी। क्योंकि ब्रदर जी सर्कल ही इदां दा बन गया ਸੀ ਵੀ ਕੋਈ ਕੰਮਕਾਰ ਦੀ ਤੇ ਉਮੀਦ ਹੀ ਛੱਡਦੀ ਸੀ ਆਪਣੀ ਲਾਈਫ ਦੇ ਵਿੱਚ, ਵੀ ਕਦੀ ਸੋਚਿਆ ਹੀ ਨਹੀਂ ਸੀ ਵੀ ਕੋਈ ਇਦਾਂ ਦੀ ਚੀਜ਼ ਕਰਨੀ ਆ। ਕਿਉਂਕਿ ਮੈਂ ਇੱਥੇ ਗਵਾਹੀਆਂ ਬਹੁਤ ਸੁਣੀਆਂ, ਕਈ ਬ੍ਰਦਰ ਕਹਿੰਦੇ ਆ ਵੀ ਹਾਂ ਮੈਂ ਛੱਡਣਾ ਚਾਹੁੰਦਾ ਸੀ, ਮਗਰ ਬ੍ਰਦਰ ਜੀ ਮੈਂ ਕਦੀ ਸੋਚਿਆ ਹੀ ਨਹੀਂ ਸੀ ਵੀ ਮੈਂ ਆਪਣੀ ਲਾਈਫ ਜਿਹੜੀ ਇਹ ਗੰਦਗੀ ਕੀੜੇ ਵਾਲੀ ਲਾਈਫ ਆ ਜਾਂ ਗਟਰ ਵਾਲੀ ਲਾਈਫ ਆ ਕਦੀ ਮੈਂ ਛੱਡੂੰਗਾ, ਕਦੀ ਇਹ ਚੀਜ਼ ਬਾਰੇ ਮੈਂ ਸੋਚਿਆ ਹੀ ਨਹੀਂ ਸੀ। और ये नशा जब आपके जीवन में बढ़ता गया, डिप्रेशन बढ़ता गया, उस समय आप पहले स्टेट लेवल के ऊपर कबड्डी प्लेयर भी रह चुके हैं, लेकिन हाँ इसी वजह से वो आपका गेम भी छूट गया था। हाँ जी। हाँ जी ब्रदर जी। और आपकी लाइफ जो थी वो पूरी तरह से डिस्टर्ब हो चुकी थी, लाखों रुपए का नुकसान हो चुका था। हाँ जी। हाँ जी ब्रदर जी। इवन देन आपके पास आपके घर में जो व्हीकल था वो भी बेच दिया आपने। हाँ जी। हाँ जी ब्रदर जी, ਕਿਉਂਕਿ ਮੈਂ ਜੌਬ ਸ਼ੁਰੂ ਕੀਤੀ ਸੀ ਆਪਣੀ 2016 ਦੇ ਵਿੱਚ, ਯਾਨੀ ਕਿ ਇੱਕ ਬਿਜ਼ਨਸ ਦੇ ਵਿੱਚ ਮੈਂ ਗਿਆ ਸੀ, ਉੱਥੇ ਵਧੀਆ ਮੈਂ ਅਚੀਵਮੈਂਟ ਕਰਨ ਲੱਗ ਪਿਆ ਸੀ, ਵਧੀਆ ਪੈਸਾ ਕਮਾਉਣ ਲੱਗ ਪਿਆ ਸੀ, ਮਗਰ ਕਿਤੇ ਨਾ ਕਿਤੇ ਉਹ ਮੇਰੀ ਲਾਈਫ ਦਾ ਜਿਹੜਾ ਮੇਰੇ ਕੋਲ ਨਸ਼ਾ ਜਾਂ ਉਹ ਪਾਪ ਮੇਰੀ ਜ਼ਿੰਦਗੀ 'ਚੋਂ ਨਹੀਂ, ਕਿਉਂਕਿ ਮੇਰਾ ਜਿਹੜੇ ਯਾਨੀ ਕਿ ਕੁੜੀਆਂ ਵੀ ਮੇਰੀ ਲਾਈਫ 'ਚ ਜਿਹੜੀਆਂ ਆਈਆਂ ਮੈਂ ਉਹਨਾਂ ਨੂੰ ਵੀ ਨਾਲ ਉਹ ਚੀਜ਼ ਦਾ ਆਦੀ ਬਣਾ ਲਿਆ ਸੀ। और आपकी लाइफ जो थी वो पूरी तरह से डिस्टर्ब होने की वजह से आपके दिमाग में हमेशा आता था कि मैं सुसाइड कर लूं, अपने आप को खत्म कर दूं। हाँ जी। हाँ जी। ਕਿਉਂਕਿ ਬ੍ਰਦਰ ਜੀ ਮੈਂ ਜਦੋਂ ਯਾਰੀ ਦੋਸਤੀ ਦੇ ਵਿੱਚ ਰਹਿੰਦਾ ਸੀ ਸਹੀ ਰਹਿੰਦਾ ਸੀ, ਵਧੀਆ ਰਹਿਣਾ ਸੀ, ਵੀ ਹੱਸਦੇ ਖੇਡਦੇ ਰਹਿਣਾ, ਹੁੱਲੜਬਾਜੀ ਕਰਨੀ, ਯਾਨੀ ਕਿ ਜਦੋਂ ਮੈਂ ਘਰੇ ਆਉਣਾ 12-1 ਵਜੇ ਤੇ ਮੇਰਾ ਦਿਮਾਗ ਜਿੱਦਾਂ ਖਰਾਬ ਹੁੰਦਾ, ਜਿੱਦਾਂ ਫਟਣਾ, ਤੇ ਮੇਰਾ ਕਈ ਵਾਰੀ ਦਿਲ ਕਰਦਾ ਹੁੰਦਾ ਮੈਂ ਕੰਧ ਤੇ ਮੁੱਕੇ ਮਾਰੀ ਜਾਣੇ, ਸਿਰ ਮਾਰਨਾ, ਇੱਥੋਂ ਤੱਕ ਵੀ ਮੇਰੀ ਫੈਮਿਲੀ ਨੂੰ ਵੀ ਨਹੀਂ ਪਤਾ ਲੱਗਦਾ ਹੁੰਦਾ ਵੀ ਇਹ ਕਰਨ ਕੀ ਡਿਆ, ਬਸ ਉਹਨਾਂ ਨੂੰ ਇਹ ਹੁੰਦਾ ਵੀ ਇਹ ਘਰੇ ਆ ਗਿਆ, ਬਸ ਠੀਕ ਆ ਹੈਗਾ।
और नहर में छलांग लगाकर आपने एक बार खुदकुशी करने की कोशिश करी। हाँ जी हाँ जी हाँ जी। आप ये बताइए, आपको यहाँ का खामरा चर्च के बारे में कैसे पता चला था? ਬ੍ਰਦਰ ਜੀ ਖਾਮੜੇ ਚਰਚ ਦਾ ਮੈਨੂੰ ਇਸ ਤਰੀਕੇ ਨਾਲ ਪਤਾ ਲੱਗਾ ਵੀ ਮੈਂ ਵਿੱਚੋਂ ਵਿੱਚੋਂ ਆਉਂਦਾ ਸੀ, ਜਿੱਦਾਂ ਯਾਰਾਂ ਦੋਸਤਾਂ ਨਾਲ ਆ ਗਿਆ, ਚਲੋ ਰੌਣਕ ਵੇਖ ਕੇ ਆਉਣੀ, ਵੀ ਚਲੋ ਦੇਖਦੇ ਆ ਜਾ ਕੇ। ਤੇ ਕਦੀ ਸੋਚਿਆ ਹੀ ਨਹੀਂ ਸੀ ਵੀ ਉਹ ਜਿਹੜੇ ਸਾਡੇ ਸਪਿਰਚੁਅਲ ਫਾਦਰ ਜਿਹੜੇ ਵਰਡ ਦਿੰਦੇ ਨੇ ਉਹ ਮੇਰੀ ਲਾਈਫ 'ਚ ਵੀ ਇਫੈਕਟ ਹੋਣਗੇ। ਬਸ ਮੈਂ ਜਦੋਂ ਅਪੋਸਟਲ ਜੀ ਨੂੰ ਸੁਣਦਾ ਸੀ ਮੈਂ ਬੜਾ ਖੁਸ਼ ਹੁੰਦਾ ਸੀ, ਤੇ ਮੈਂ ਇੱਕੋ ਚੀਜ਼ ਕਹਿੰਦਾ ਸੀ, ਮੈਂ ਕਿਹਾ ਇਹ ਪਾਸਟਰ ਜਿਹੜੇ ਆਏ ਆ ਇਹ ਪਾਉਂਦੇ ਪਟਾਕਾ, ਪਰ ਮੈਨੂੰ ਇਹ ਨਹੀਂ ਸੀ ਪਤਾ ਲੱਗਾ ਵੀ ਮੇਰਾ ਵੀ ਪੈ ਗਿਆ ਪਟਾਕਾ। तारीफ करिए पहले परमेश्वर की। ये भाई, क्योंकि उस समय इनका जो जीवन था वो पूरी तरह से पाप में था, नशे भी थे, गलत चीज़ें इनकी लाइफ में थी, मार कुटाई करनी, लोगों से ऐसी चीज़ें करनी और नशा करना, काफ़ी चीज़ें ऐसी होने के कारण इनकी जो लाइफ थी वो पूरी तरह से खराब हो चुकी थी। एक तरह से पाप के कारण आपका जीवन आपको लग रहा है नरक बन चुका है। हाँ जी हाँ जी ब्रदर जी, क्योंकि मैं ਵੀਜ਼ੇ ਵਾਸਤੇ ਅਪਲਾਈ ਕਰਦਾ ਸੀ, ਸਟੱਡੀ ਵੀਜ਼ਾ ਲਗਾਉਂਦਾ ਸੀ, ਉਹ ਵੀ ਮੇਰਾ ਰਿਜੈਕਟ ਹੋ ਜਾਂਦਾ, ਕਿਉਂਕਿ ਕਈਆਂ ਦੀ ਫਾਈਲਾਂ ਅੰਬੈਸੀ ਤੱਕ ਜਾਂਦੀਆਂ, ਮੇਰੀਆਂ 6-6 ਮਹੀਨੇ ਫਾਈਲਾਂ ਉੱਥੇ ਜਿਹੜੇ ਹੁੰਦੇ ਜੀ ਕੰਸਲਟੈਂਟ ਉਹਨਾਂ ਕੋਲ ਪਈ ਰਹਿੰਦੀ ਹੁੰਦੀ ਸੀ। ਤੇ ਮੈਂ ਉਹਨਾਂ ਨੂੰ ਪੁੱਛਣਾ ਮੈਨੂੰ ਦੱਸੋ ਕੁਛ, ਉਹਨਾਂ ਕਹਿਣਾ ਦੱਸਦੇ ਆ, ਕੋਈ ਕਾਲਜ ਮਿਲਦਾ ਵਾ ਜਾਂ ਕੋਈ ਓਪਰਚੁਨਿਟੀ ਆਉਂਦੀ ਆ, ਤੁਹਾਡੀ ਫਾਈਲ ਅਸੀਂ ਲਾ ਦਿੰਨੇ। ਤੇ ਉਹ 6-6 ਮਹੀਨੇ 8-8 10-10 ਮਹੀਨੇ ਇੱਥੋਂ ਤੱਕ ਵੀ ਇੱਕ ਸਾਲ ਵੀ ਮੈਂ ਵੇਟ ਕਰਿਆ ਵਾ, ਪਰ ਮੈਨੂੰ ਕੋਈ ਰਾਸਤਾ ਨਹੀਂ ਕਦੀ ਲੱਭਾ। कितनी बार वीजा रिजेक्ट हुआ आपका? ਵੀਜ਼ਾ ਬ੍ਰਦਰ ਜੀ ਮੈਂ ਕਹਿੰਦਾ ਵੀ 8 ਤੋਂ 10 ਵਾਰੀ ਮੇਰੇ ਵੀਜ਼ੇ ਜਿਹੜੇ ਰਿਜੈਕਟ ਹੋਏ ਆ, ਪੈਸੇ ਵੀ ਫਸੇ ਆ। मतलब पैसे- आपके लाइफ में कोई आनंद, कोई शांति नहीं थी? ਕੋਈ ਨਹੀਂ ਜੀ, ਬਸ ਜੇ ਯਾਰਾਂ ਦੋਸਤਾਂ 'ਚ ਰਹਿਣਾ ਉਹੀ ਆਨੰਦ ਲੱਗਦਾ ਸੀ, ਤੇ ਕੋਈ ਉਦਾਂ ਕੋਈ ਲਾਈਫ ਦੇ ਵਿੱਚ ਕੋਈ ਚੇਂजिंग नहीं सी आਉਂਦੀ। जब चर्च के बारे में पता लगा, परमेश्वर के दास को जरा वचनों को सुना, समझ आई वचनों की, उसके बाद जब ये भाई चर्च में आए, 29 अगस्त 2019 की ये बात है कि परमेश्वर के दास ने जब प्रार्थना करी तो इस भाई ने अपने लिए उस प्रार्थना को पूरे विश्वास के साथ ग्रहण किया। अपने हाथों को उठा, इस आवाज के इन्फ्लुएंस के नीचे चंगे हो जाओ, आजाद हो जाओ। परमेश्वर के दूत, एंजल ऑफ द लॉर्ड, उसका दूत आपके पास जाए और आपको छुए, आजाद हो जाओ, छूट जाओ। हर वह बंधन जो शैतान ने आपको बांधने, लिमिट करने के लिए रखा, छूट जाओ, छूट जाओ, आजाद हो जाओ, आजाद हो जाओ। आप बताएंगे जैसे ही आपने परमेश्वर के दास को तरह हुई सामर्थ्य प्रार्थना को सुना और रिसीव किया, उसके बाद क्या हुआ फिर आपके जीवन ਬ੍ਰਦਰ ਜੀ में? ਉਦੋਂ ਮੇਰਾ ਜੀਵਨ ਇੱਕਦਮ ਚੇਂਜ ਹੋ ਗਿਆ। ਮੈਨੂੰ ਖੁਦ ਨਹੀਂ ਪਤਾ ਲੱਗਾ ਕਿਹੜੇ ਵੇਲੇ ਮੇਰੇ ਜੀਵਨ ਦੇ ਵਿੱਚੋਂ ਨਸ਼ਾ ਦੂਰ ਹੋ ਗਿਆ, ਕਿਹੜੇ ਵੇਲੇ ਮੇਰੀ ਲਾਈਫ ਦੇ ਵਿੱਚੋਂ ਮੇਰੇ ਯਾਰ ਦੋਸਤ ਗਏ, ਕਿਉਂਕਿ ਮੈਂ ਇੰਨਾ ਕੁ ਆਪਣੀ ਲਾਈਫ ਦੇ ਵਿੱਚ ਇੱਕ ਗਰਮੀ ਮਹਿਸੂਸ ਕਰਦਾ ਸੀ ਕਿ ਜਦੋਂ ਮੈਂ ਆਪਣੇ ਦੋਸਤਾਂ ਵਿੱਚ ਬੈਠਣਾ ਸੀ ਮੈਂ ਚੁੱਪ ਬਹਿਣਾ ਸ਼ੁਰੂ ਕਰਤਾ। ਉਹ ਮੈਨੂੰ ਪੁੱਛਦੇ ਕੀ ਗੱਲ ਕੀ ਤੈਨੂੰ ਹੋ ਗਈ, ਤੂੰ ਚੁੱਪ ਕਿਉਂ ਰਹਿਣਾ? ਤੇ ਮੈਂ ਉਹਨਾਂ ਨੂੰ ਕਹਿੰਦਾ ਯਾਰ ਮੈਨੂੰ ਹੁਣ ਮੇਰੀ ਨਾ ਆ ਜਿਹੜੀ ਲਾਈਫ ਆ ਨਾ ਇਹ ਹੁਣ ਮੈਨੂੰ ਚੰਗੀ ਨਹੀਂ ਲੱਗਦੀ। ਤੇ ਉਹਨਾਂ ਕਹਿਣਾ ਵੀ ਹੁਣ ਤੈਨੂੰ ਕੀ ਚੰਗਾ ਲੱਗਦਾ? ਮੈਂ ਕਿਹਾ ਯਾਰ ਹੁਣ ਜਦੋਂ ਮੈਂ ਚਰਚ ਜਾਂਦਾ ਨਾ ਤੇ ਮੈਨੂੰ ਬਹੁਤ ਵਧੀਆ ਫੀਲ ਹੁੰਦਾ ਵਾ ਵੀ ਮੇਰੇ ਸਪਿਰਚੁਅਲ ਫਾਦਰ ਜਿਹੜੇ ਮੈਨੂੰ ਵਰਡ ਦਿੰਦੇ, ਪਹਿਲਾਂ ਕਦੀ ਮੈਂ ਸੋਚਿਆ ਹੀ ਨਹੀਂ ਆਪਣੀ ਜ਼ਿੰਦਗੀ ਬਾਰੇ ਵੀ ਹਾਂ ਮੈਂ ਜ਼ਿੰਦਗੀ ਦੇ ਵਿੱਚ ਕੁਝ ਕਰਨਾ, ਕਿਉਂਕਿ ਮੈਂ ਆਪਣੇ ਡੈਡ ਨੂੰ, ਆਪਣੇ ਭੈਣ ਭਰਾਵਾਂ ਨੂੰ, ਸਾਰਿਆਂ ਨੂੰ ਬਹੁਤ ਜ਼ਿਆਦਾ ਤੰਗ ਕਰਦਾ ਰਿਹਾ ਵਾਂ। ਉਹ ਇੰਨੇ ਕੁ ਮੇਰੇ ਨਾਲ ਦੁਖੀ ਹੋ ਗਏ ਸੀ, ਇੰਨੇ ਕੁ ਤੰਗ ਹੋ ਗਏ ਸੀ ਵੀ ਉਹਨਾਂ ਨੇ ਮੈਨੂੰ ਮਿਲਣਾ ਗਿਲਣਾ, ਮੈਨੂੰ ਫੋਨ ਕਰਨਾ ਵੀ ਛੱਡਤਾ। ਬਸ ਉਹ ਮੈਨੂੰ ਜਦੋਂ ਮੈਂ 6-7 ਸਾਲ ਮੈਂ ਘਰ ਤੋਂ ਬਾਹਰ ਰਿਹਾ, ਉਹ ਬਸ ਮੈਨੂੰ ਫੋਨ ਕਰਕੇ ਇਹ ਪੁੱਛਦੇ ਸੀ ਵੀ ਇਹ ਜਿੰਦਾ ਹੈਗਾ ਕਿ ਨਹੀਂ ਹੈਗਾ, ਕਿਉਂਕਿ ਮੈਂ ਆਪਣੇ ਘਰ ਤੋਂ ਬਾਹਰ ਕਦੀ ਚੰਡੀਗੜ੍ਹ ਰਹਿੰਦਾ ਸੀ, ਕਦੀ ਦਿੱਲੀ, ਕਦੀ ਹਿਮਾਚਲ, ਕਦੀ ਜਲੰਧਰ, ਕਿਉਂਕਿ ਮੇਰੀ ਲਾਈਫ ਜਿਹੜੀ ਡਿਸਟਰਬ ਸੀ। ਤੇ ਜਦੋਂ ਪਾਪਾ ਨੇ ਵਰਡ ਉਹ ਦਿੱਤੇ ਤੇ ਮੇਰੀ ਲਾਈਫ ਦੇ ਵਿੱਚ ਇਦਾਂ ਜਿੱਦਾਂ ਇੱਕ ਨਵੀਂ ਜ਼ਿੰਦਗੀ ਮੇਰੀ ਜ਼ਿੰਦਗੀ ਨੂੰ ਮਿਲ ਗਈ ਆ, ਕਿਉਂਕਿ ਉਹ ਜਿਹੜੇ ਵਰਡ ਮੇਰੀ ਲਾਈਫ ਦੇ ਵਿੱਚ ਇਹੋ ਜਿਹੇ ਇਫੈਕਟ ਹੋਏ ਵੀ ਮੈਨੂੰ ਦਾਰੂ ਕੀ, ਮੈਨੂੰ ਹਰ ਇੱਕ ਨਸ਼ਾ ਬੁਰਾ ਲੱਗਣ ਲੱਗ ਪਿਆ। ਮੈਂ ਇੱਥੋਂ ਤੱਕ ਨਹੀਂ, ਮੈਂ ਟਰਾਈ ਨਹੀਂ ਕੀਤਾ, ਕਰਨ ਦੀ ਵੀ ਕੋਸ਼ਿਸ਼ ਕੀਤੀ, ਮਗਰ ਉਹ ਗਲਾਸ ਜਿਹੜਾ ਚੁੱਕਣ ਦੀ ਮੇਰੀ ਹਿੰਮਤ ਨਹੀਂ ਕਦੀ ਪਈ। ਮੇਰੇ ਯਾਰਾਂ ਦੋਸਤਾਂ ਨੇ ਮੈਨੂੰ ਇਹ ਵੀ ਕਿਹਾ, ਕਹਿੰਦੇ ਤੂੰ 6 ਮਹੀਨੇ ਵੇਟ ਕਰ ਲਾ। ਮੈਂ ਕਿਹਾ ਹੁਣ ਵੇਟ ਨਹੀਂ ਹੋਣੀ ਮੇਰੇ ਕੋਲ, ਹੁਣ ਤੇ ਮੈਂ ਬੈਪਟਿਜ਼ਮ ਲਵਾਂਗਾ। ਕਹਿੰਦੇ ਜੇ ਤੂੰ ਫੇਰ ਉਹੀ ਕੰਮ ਕੀਤਾ। ਮੈਂ ਕਿਹਾ ਮੈਂ ਹੁਣ ਨਹੀਂ ਉਹ ਕੰਮ ਕਰਾਂਗਾ। ਮੈਂ ਸਾਡੇ ਪਰਮੇਸ਼ਰ ਨੇ ਸਾਡੇ ਲਈ 2 ਜਗ੍ਹਾਵਾਂ ਬਣਾਈਆਂ, ਇੱਕ ਸਵਰਗ ਤੇ ਨਰਕ। ਮੈਂ ਕਿਹਾ ਜੇ ਤੇ ਚੰਗਾ ਰਹੂੰਗਾ ਫਿਰ ਮੈਂ ਸਵਰਗ 'ਚ ਜਾਊਂਗਾ। ਮੈਂ ਜੇ ਮੈਂ ਧੋਖਾ ਕੀਤਾ ਆਪਣੇ ਆਤਮਿਕ ਪਿਤਾ ਨਾਲ ਜਾਂ ਮੈਂ ਪਰਮੇਸ਼ਵਰ ਦੇ ਨਾਲ, ਤੇ ਮੈਂ ਨਰਕ ਦੀ ਅੱਗ ਦੇ ਵਿੱਚ ਜਾਵਾਂਗਾ। ਤੇ ਉਹ ਮੇਰੀਆਂ ਇਹ ਗੱਲਾਂ ਨੂੰ ਸੁਣ ਕੇ ਹੈਰਾਨ ਹੋ ਗਏ। ਉਹ ਮੁੜ ਕੇ ਮੈਂ ਜਦੋਂ ਯੂਥ ਨੂੰ ਮੋਟੀਵੇਟ ਕਰਨਾ ਸ਼ੁਰੂ ਕਰਤਾ, ਆਪਣੀ ਟੈਸਟਾਮਨੀ ਦੇਣੀ ਸ਼ੁਰੂ ਕਰਤੀ, ਤੇ ਉਹ ਮੈਨੂੰ ਕਹਿਣ ਲੱਗ ਪਏ ਵੀ ਇਹ ਸ਼ਦਾਈ ਹੋ ਗਿਆ ਵਾ।
ਉਹ ਇਦਾਂ ਦੀਆਂ ਮੈਨੂੰ ਗੱਲਾਂ ਕਰਦੇ ਤੇ ਮੈਂ ਖੁਸ਼ ਹੋਣਾ ਸ਼ੁਰੂ ਕਰਦਾ ਵੀ ਹਾਂ ਸੱਚੀ, ਕਿਉਂਕਿ ਬ੍ਰਦਰ ਜੀ ਮੈਨੂੰ ਪਤਾ ਲੱਗਾ ਮੇਰੀ ਪਹਿਚਾਣ ਦਾ, ਮੈਨੂੰ ਪਤਾ ਲੱਗਾ ਆਪਣੇ ਫਰੈਂਡ ਸਰਕਲ ਦਾ ਵੀ ਹਾਂ ਉਹ ਮੇਰੇ ਬਾਰੇ ਕੀ ਸੋਚ ਰੱਖਦੇ ਆ। ਅਦਭੁਤ ਮੇਰੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਨੇ ਮੇਰੇ ਨੇ ਕੰਮ ਕੀਤੇ, ਮੈਨੂੰ ਅੱਛੇ ਇੱਕ ਰਿਸਪੈਕਟਡ ਮੇਰੇ ਸਪਿਰਿਚੁਅਲ ਫਾਦਰ ਦਿੱਤੇ, ਮੇਰੇ ਪੇਰੈਂਟਸ ਮੈਨੂੰ ਮੋੜੇ, ਮੇਰੇ ਭੈਣ ਭਰਾ ਮੋੜੇ, ਸਪਿਰਿਚੁਅਲ ਮੈਨੂੰ ਪਰਮੇਸ਼ਰ ਨੇ ਆਪਣੇ ਜਨ ਦਿੱਤੇ, यानी कि जेडे आत्मिक भैन भरा मेरी लाइफ दे आए। और अभी कितने साल से नशा पूरी तरह से खत्म है जिंदगी से? मैं ब्रदर जी 4 साल तो फ्री हाँ बिल्कुल। बपतिस्मा ले नशे लिया तो। है? हाँ जी बैप्टिज्म हो गया, 4 साल तो मैं फ्री हाँ बिल्कुल। ते इसलिए मैं सारा आदर मैं परमेश्वर प्रभु यीशु मसीह दे नाम नू दिना। हालेलुया हालेलुया। तारीफ करें जोर से तालियों के साथ, अपने हाथों का हिलाएं कलीसिया, थैंक यू जीसस बोलते हुए सब जीवित खुदा के नाम को महिमा दे। हालेलुया। और इस भाई ने 8-10 बार फॉरेन जाने के लिए ट्राई किया था, लेकिन कभी काम नहीं बना। जब अपना जीवन प्रभु को दिया, अब 10 बार अप्लाई करने के बाद जब इस बार 11वीं बार अप्लाई किया तो परमेश्वर ने इनको फॉरेन के वर्क परमिट वीजा के साथ भी ब्लेस किया, इनको फाइनेंशियली भी इंक्रीज किया। एक बार जोर से तालियों के साथ उस जीवित परमेश्वर के नाम को महिमा दे, परमेश्वर की तारीफ करे जोर से। आप जानते हैं कि बाइबल में लिखा है शैतान चुराने के लिए, घात करने के लिए और नष्ट करने के लिए है। जिस तरह इस भाई के जीवन में उसने किया, नशे में डाला, डिप्रेशन में डाला, पाप में डाला, गंदगी में डाल दिया, बुराई में डाल दिया, लेकिन बाइबल में लिखा प्रभु यीशु मसीह हमें जीवन देने के लिए आए, वो भी बहुतायत का जीवन देने के लिए। जब प्रभु यीशु मसीह ने छुआ तो आज ये भाई यंग एज में पाप से आजाद हो चुके, बैप्टिज्म लेके अपना जीवन प्रभु को दे चुके हैं। एक बार जोर से ऊंची आवाज में हालेलुया बोले और जीवित खुदा की तारीफ करें इस बड़ी गवाही के लिए। जोर से सबसे परमेश्वर के नाम को महिमा दे, सबसे परमेश्वर